ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਸ਼ਬਦ ਵਿਚਾਰ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਜੋ ਆਪਾਂ ਨੂੰ ਪ੍ਰਾਪਤ ਹੁੰਦੇ ਹਨ, ਉਹਨਾਂ ਦੀ ਵਿਚਾਰ ਇੱਕ ਲੜੀ ਦੇ ਵਿੱਚ ਕਰਦੇ ਆ ਰਹੇ ਹਾਂ। ਤੇ ਇਹ ਪ੍ਰੋਗਰਾਮ ਆਪਾਂ ਸਮਰਪਿਤ ਕੀਤਾ ਹੋਇਆ ਹੈ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਸਮਾਰੋਹ ਨੂੰ, ਜੋ 2021 ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਸਿੱਖ ਸੰਗਤਾਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਨਾਲ ਮਨਾਇਆ ਜਾਣਾ ਹੈ। ਆਪਾਂ ਯਤਨ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪਾਂ ਕਰ ਸਕੀਏ। ਪਿਛਲੇ ਹਿੱਸੇ ਵਿੱਚ ਆਪ ਜੀ 23 ਨੰਬਰ ਸ਼ਬਦ ਤੱਕ ਵਿਚਾਰ ਸਰਵਣ ਕਰਕੇ ਆਏ ਹੋਣ, ਤੇ ਇਸ ਹਿੱਸੇ ਵਿੱਚ ਆਪਾਂ 24 ਨੰਬਰ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਜੋ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਉਸ ਤੋਂ ਵਿਚਾਰ ਆਰੰਭ ਕਰਨੀ ਹੈ। ਸੋ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ, ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਪਾ ਕੇ ਆਪਾਂ ਸ਼ਬਦ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 24 ਨੰਬਰ ਸ਼ਬਦ ਸੋਰਠ ਰਾਗ ਦਾ 10ਵਾਂ ਸ਼ਬਦ ਹੈ। ਸ਼ਬਦ ਇਉਂ ਹੈ: ਸੋਰਠ ਮਹਲਾ ਨਾਵਾਂ, ਮਨ ਰੇ ਗਹਿਓ ਨ ਗੁਰ ਉਪਦੇਸ਼, ਕਹਾਂ ਭਇਓ ਜੋ ਮੂੰਡ ਮੁੰਡਾਇਓ, ਭਗਵੋਂ ਕੀਨੋ ਭੇਸ ਰਹਾਓ। ਸਾਚ ਛਾੜ ਕੇ ਝੂਠਾਂ ਲਾਗਿਓ, ਜਨਮ ਅਕਾਰਥ ਖੋਇਓ, ਕਰ ਪਰਪੰਚ ਉਦਰ ਨਿਜ ਪੋਖਿਓ, ਪਸ ਕੀ ਨਿਆਈ ਸੋਇਓ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬਿਕਾਨਾ, ਉਰਜ ਰਹਿਓ ਬਿਖਿਅਨ ਸੰਗ ਬੌਰਾ, ਨਾਮ ਰਤਨ ਬਿਸਰਾਨਾ। ਰਹਿਓ ਅਚੇਤ ਨ ਚੇਤਿਓ ਗੋਬਿੰਦ, ਬਿਰਥਾ ਔਧ ਸਿਰਾਨੀ, ਕਹੋ ਨਾਨਕ ਹਰ ਬਿਰਧ ਪਛਾਨੋ, ਭੂਲੇ ਸਦਾ ਪ੍ਰਾਨੀ। ਇਹ 24 ਨੰਬਰ ਸ਼ਬਦ ਹੈ ਤੇ ਸੋਰਠ ਰਾਗ ਦਾ 10ਵਾਂ ਸ਼ਬਦ ਹੈ। 3 ਪਦਿਆਂ ਦਾ ਇਹ ਸ਼ਬਦ ਹੈ। ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਵਿੱਚ ਉਚਾਰਨ ਅਤੇ ਵਿਸ਼ਰਾਮਾਂ ਦੀ ਗੱਲ ਆਪਾਂ ਕਰੀਏ। ਮਨ ਰੇ, ਇੱਥੇ ਵਿਸ਼ਰਾਮ ਆਏਗਾ। ਗਹੇ ਉਹਨਾਂ ਗੁਰ ਉਪਦੇਸ਼, ਇਹਨੂੰ ਇਦਾਂ ਪੜ੍ਹਨਾ ਹੈ ਸੱਸੇ ਪੈਰ ਬਿੰਦੀ ਲਾ ਕੇ। ਕਹਾਂ ਭਇਓ ਜੋ ਮੂੰਡ ਮੁੰਡਾਇਓ, ਕਹਾ ਭਇਓ ਨਾ ਪੜਿਓ ਆਪ ਜੀ, ਕਹਾਂ ਭਇਓ। ਕਹਾਂ ਨਾਸਕੀ ਕਰਨਾ ਹੈ ਉਚਾਰਨ। ਕਹਾਂ ਭਇਓ ਜਾਓ ਮੂੰਡ ਮੁੰਡਾਇਓ, ਇਥੇ ਵਿਸ਼ਰਾਮ। ਭਗਵੋਂ ਕੀਨੋ ਭੇਸ ਰਹਾਓ। ਸਾਚ ਛਾੜ ਕੇ ਝੂਠਾਂ ਲਾਗਿਓ, ਇਥੇ ਵਿਸ਼ਰਾਮ। ਜਨਮ ਅਕਾਰਥ ਖੋਇਓ, ਕਰ ਪਰਪੰਚ ਉਦਰ ਨਿਜ ਪੋਖਿਓ, ਇਥੇ ਵਿਸ਼ਰਾਮ। ਪਸ਼ ਕੀ ਨਿਆਈ ਸੋਇਓ। ਰਾਮ ਭਜਨ ਕੀ ਗਤ ਨਹੀਂ ਜਾਨੀ, ਇਥੇ ਵਿਸ਼ਰਾਮ। ਮਾਇਆ ਹਾਥ ਬਿਕਾਨਾ, ਉਰਜ ਰਹਿਓ ਬਿਖਿਅਨ ਸੰਗ ਬੌਰਾ। ਬੌਰਾ ਦੇ ਉੱਪਰ ਵਿਸ਼ਰਾਮ ਆਏਗਾ। ਨਾਮ ਰਤਨ ਬਿਸਰਾਨਾ, ਰਹਿਓ ਅਚੇਤ, ਇੱਥੇ ਵਿਸ਼ਰਾਮ ਆਏਗਾ। ਨਾ ਚੇਤਿਓ ਗੋਬਿੰਦ, ਫਿਰ ਤੋਂ ਵਿਸ਼ਰਾਮ। ਬਿਰਥਾ ਔਧ ਸਿਰਾਨੀ, ਕਹੋ ਨਾਨਕ ਵਿਸ਼ਰਾਮ। ਹਰ ਬਿਰਧ ਪਛਾਨੋ, ਵਿਸ਼ਰਾਮ। ਭੂਲੇ ਸਦਾ ਪ੍ਰਾਨੀ। ਸੋ ਇਹ ਹੈ ਵਿਸ਼ਰਾਮ ਅਤੇ ਉਚਾਰਨਾਂ ਦੇ ਸੰਬੰਧ ਵਿੱਚ ਬੇਨਤੀ। ਆਪ ਜੀ ਨੇ ਪਾਠ ਕਰਦੇ ਧਿਆਨ ਰੱਖਣਾ ਆ। ਆਪਾਂ ਇਸ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਤੇਗ ਬਹਾਦਰ ਜੀ ਸਾਨੂੰ ਦੱਸ ਰਹੇ ਨੇ, ਮਨ ਰੇ ਗਹਿਓ ਨ ਗੁਰ ਉਪਦੇਸ਼। ਕਹਿੰਦੇ ਹੇ ਮੇਰੇ ਮਨ, ਗਹਿਓ ਨ ਗੁਰ ਉਪਦੇਸ਼, ਗੁਰੂ ਦਾ ਉਪਦੇਸ਼ ਤੂੰ ਆਪਣੇ ਅੰਦਰ ਟਿਕਾਉਣਾ ਨਹੀਂ ਕੀਤਾ, ਧਾਰਨ ਨਹੀਂ ਕਰਨਾ ਕੀਤਾ। ਭਾਵ ਐ ਮਨ, ਗੁਰੂ ਦੀ ਗੱਲ ਤੂੰ ਮੰਨੀ ਨਹੀਂ, ਤੂੰ ਸਮਝੀ ਨਹੀਂ। ਤੇ ਹੋਰ ਤੂੰ ਕੀ ਕੀਤਾ? ਕਹਾਂ ਭਇਓ ਜੋ ਮੂੰਡ ਮੁੰਡਾਇਓ, ਭਗਵੋਂ ਕੀਨੋ ਭੇਸ। ਗੁਰੂ ਦੀ ਗੱਲ ਨੂੰ ਸਮਝਣ ਤੋਂ ਬਿਨਾਂ, ਗੁਰੂ ਨੇ ਜੋ ਉਪਦੇਸ਼ ਦਿੱਤਾ ਆ ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰਨ ਤੋਂ ਬਿਨਾਂ, ਅਕਲ ਲੈਣ ਤੋਂ ਬਿਨਾਂ, ਜੇਕਰ ਕੇਵਲ ਬਾਹਰੀ ਤੌਰ ਤੇ ਪਹਿਰਾਵਾ ਤੂੰ ਪਹਿਨ ਲਿਆ ਹੈ, ਧਰਮੀ ਹੋਣ ਦਾ ਵਿਖਾਵਾ ਤੂੰ ਕਰ ਰਿਹਾ ਹੈ, ਗੁਰੂ ਤੇਗ ਬਹਾਦਰ ਜੀ ਕਹਿੰਦੇ ਇਸ ਦਾ ਕੋਈ ਫਾਇਦਾ ਨਹੀਂ। ਕਹਾਂ ਭਇਓ ਦਾ ਅਰਥ ਕੀ ਹੋਇਆ? ਜੋ ਮੂੰਡ ਮੁੰਡਾਇਓ, ਜੇਕਰ ਤਾਂ ਮੁੰਡਨ ਕਰਵਾ ਲਿਆ ਸਿਰ 'ਚ, ਬੋਦੀ ਰੱਖ ਲਈ, ਮੁੰਡਨ ਕਰਵਾ ਲਿਆ। ਭਗਵੋਂ ਕੀਨੋ ਭੇਖ, ਤੇ ਆਪਣੇ ਸਰੀਰ ਦਾ ਭੇਖ ਜਿਹੜਾ ਹੈ ਉਹ ਭਗਵਾਂ ਧਾਰਨ ਕਰ ਲਿਆ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਮੇਂ ਬ੍ਰਾਹਮਣਾਂ ਨੂੰ ਵੇਖਿਆ ਹੋਣਾ ਆਪਣੇ ਸਾਹਮਣੇ, ਤੇ ਬ੍ਰਾਹਮਣਾਂ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਇਹ ਗੱਲ ਕੀਤੀ ਵੀ ਜੇ ਤੁਸੀਂ ਮੁੰਡਨ ਵੀ ਕਰਵਾ ਲਿਆ, ਬੋਦੀ ਰੱਖ ਲਈ ਤੇ ਭਗਵਾਂ ਭੇਖ ਧਾਰਨ ਕਰ ਲਿਆ ਤਾਂ ਕੀ ਹੋ ਗਿਆ? ਕਿੱਡੀ ਕੁ ਗੱਲ ਹੈ, ਤੇ ਕੋਈ ਵੀ ਕਰ ਸਕਦਾ। ਭੇਖ ਤੇ ਕੋਈ ਵੀ ਧਾਰਨ ਕਰ ਸਕਦਾ, ਸੌਖਾ ਹੈ ਭੇਖ ਧਾਰਨ ਕਰਨਾ। ਪਰ ਕੀ ਹੋਇਆ? ਤੁਸੀਂ ਭੇਖ ਧਾਰਨ ਕਰ ਲਿਆ। ਜੇਕਰ ਮਨ ਵਿੱਚ ਤੁਸੀਂ ਗਿਆਨ ਦੀ ਗੱਲ ਨੂੰ ਸਮਝਿਆ ਹੀ ਨਹੀਂ, ਜੇ ਮਨ ਵਿੱਚ ਤੁਸੀਂ ਅਕਲ ਦੀ ਗੱਲ ਨੂੰ ਵਿਚਾਰਿਆ ਹੀ ਨਹੀਂ, ਜੇ ਆਪਣੀ ਜੀਵਨ ਜਾਂਚ ਵਿੱਚ ਤਬਦੀਲੀ ਹੀ ਨਹੀਂ ਲੈ ਕੇ ਆਂਦੀ।
ਕਿਉਂਕਿ ਉਹ ਉਹਨਾਂ ਕਰਮਾਂ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕਈ ਸਵਾਲ ਵੀ ਖੜੇ ਕੀਤੇ ਹਨ ਨਾ, ਭਾਈ ਆਪਸ ਕੋ ਮੁਨਬਰ ਕਰ ਥਾਪੋ ਕਾਕੋ ਕਹੋ ਕਸਾਈ। ਜਦੋਂ ਉਹ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ, ਜਦੋਂ ਉਹ ਗੱਲਾਂ ਹੋਈਆਂ ਤਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣਾ ਪਿਆ ਵੀ ਕਰਮ ਤੇ ਤੁਸੀਂ ਉਹੀ ਕਰਦੇ ਹੋ ਨਾ, ਤੁਸੀਂ ਧਰਮ ਦਾ ਲਿਬਾਸ ਧਾਰਨ ਕਰਕੇ ਜੀਵ ਹੱਤਿਆ ਕਰ ਦਿੱਤੀ, ਜਾਨਵਰ ਮਾਰ ਦਿੱਤਾ ਹੈਗਾ, ਇੱਕ ਪਸ਼ੂ ਦੀ ਜਾਨਵਰ ਦੀ ਜਿਹੜੀ ਹੈਗੀ ਹੈ ਹੱਤਿਆ ਕਰ ਦਿੱਤੀ ਆ, ਤੇ ਉਹ ਤੁਸੀਂ ਧਰਮ ਦੇ ਨਾਂ ਤੇ ਕਰ ਦਿੱਤੀ ਹੋਈ ਹੈ। ਤੇ ਇੱਕ ਨੇ ਆਪਣਾ ਰੁਜ਼ਗਾਰ ਚਲਾਉਣ ਵਾਸਤੇ ਉਹਨੇ ਜਾਨਵਰ ਨੂੰ ਮਾਰ ਕੇ ਉਹਦਾ ਮਾਸ ਵੇਚ ਦਿੱਤਾ ਹੈਗਾ, ਉਹਨਾਂ ਨੇ ਵੀ ਜਿਹੜਾ ਹੈਗਾ ਮਾਸ ਵੇਚਿਆ, ਤੁਸੀਂ ਵੀ ਮਾਸ ਖਾਧਾ ਵਾ। ਤੇ ਫਿਰ ਉੱਥੇ ਆਪਸ ਕੋ ਮੁਨਬਰ ਕਰ ਥਾਪੋ ਕਾਕੋ ਕਹੋ ਕਸਾਈ, ਗੁਰਬਾਣੀ ਦਾ ਇਹ ਸਵਾਲ ਆ। ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ, ਗੁਰਬਾਣੀ ਦਾ ਇਹ ਸਵਾਲ ਹੈ। ਮਾਸ ਦੇਖ ਬੈਸ ਨਕ ਪਕੜੈ ਰਾਤੀ ਮਾਨਸ ਖਾਣੇ, ਗੁਰਬਾਣੀ ਦਾ ਇਹ ਫੈਸਲਾ ਹੈ। ਸੋ ਕਹਿਣ ਤੋਂ ਭਾਵ ਜੇਕਰ ਬਾਹਰੀ ਤੌਰ ਤੇ ਭੇਖ ਧਾਰਨ ਕਰਨਾ ਆ, ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਗਵੇਂ ਭੇਖ ਵਾਲੇ ਸੀ ਗੁਰੂ ਸਾਹਿਬ ਨੇ, ਉਹਨਾਂ ਨੂੰ ਕਹਿ ਦਿੱਤਾ। ਤੇ ਅੱਜ ਸਾਡੇ ਗੁਰਸਿੱਖਾਂ ਦੇ ਵਿੱਚ ਤੇ ਅਸੀਂ ਹਾਂ ਬਾਣੇ ਵਾਲੇ ਹਨ, ਆਪਾਂ ਆਪਸ ਵਿੱਚ ਆਪਣੇ ਆਲੇ ਦੁਆਲੇ ਕਿੰਨਾ ਵੇਖਦੇ ਹਾਂ। ਤੇ ਜੇ ਸਾਨੂੰ ਆਪਣੇ ਧਰਮ ਦੇ ਵਿੱਚ ਵਿਦਿਨ ਸਿੱਖੀਜ਼ਮ ਸਾਨੂੰ ਜੇ ਕੋਈ ਇੱਦਾਂ ਦੀ ਚੀਜ਼ ਨਜ਼ਰ ਆਉਂਦੀ ਆ, ਦਿਸਦੀ ਹੈ, ਤਾਂ ਸਾਨੂੰ ਉੱਥੇ ਇਸ ਸ਼ਬਦ ਤੋਂ ਸੇਧ ਲੈਣੀ ਬਣਦੀ ਹੈ। ਜੇ ਆ ਬਾਣਾ ਪਾ ਲਿਆ, ਜੇ ਦਸਤਾਰ ਸਜਾ ਲਈ, ਜੇ ਕਕਾਰ ਧਾਰਨ ਕਰ ਲਏ, ਤੇ ਇਹਨਾਂ ਨੂੰ ਕਰਨ ਤੋਂ ਪਿੱਛੋਂ ਵੀ ਗੁਰੂ ਦਾ ਗਿਆਨ ਇੱਥੇ ਨਹੀਂ ਵਸਿਆ, ਗੁਰੂ ਦੀ ਮੱਤ ਮਨ ਵਿੱਚ ਨਹੀਂ ਵਸੀ, ਜੀਵਨ ਦਾ ਹਿੱਸਾ ਨਹੀਂ ਬਣੀ ਹੈ। ਕੇਵਲ ਆਪਣੀਆਂ ਪਦਵੀਆਂ ਨੂੰ, ਕੇਵਲ ਆਪਣੇ ਅਹੁਦਿਆਂ ਨੂੰ ਚਿਪਕ ਕੇ ਬੈਠੇ ਹੋਏ ਹੈਗੇ ਆ, ਕੇਵਲ ਆਪਣੀਆਂ ਕੁਰਸੀਆਂ ਬਚਾਉਣ ਖਾਤਰ, ਨੌਕਰੀਆਂ ਬਚਾਉਣ ਖਾਤਰ, ਚੰਦ ਪੈਸੇ ਕਮਾਉਣ ਖਾਤਰ, ਸ਼ੌਹਰਤ ਖੱਟਣ ਖਾਤਰ ਸਭ ਕੁਝ ਅਸੀਂ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਵਿਚਾਰਧਾਰਾ ਨੂੰ ਉਹੀ ਪੁਜਾਰੀਵਾਦ ਦੀ ਰੰਗਤ ਦੇ ਕੇ, ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਨਾ ਬਈ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਬਾੜ, ਇੱਕ ਰਾਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਜਾੜ। ਜਿਵੇਂ ਗੁਰਬਾਣੀ ਨੇ ਫੈਸਲਾ ਦਿੱਤਾ ਆ ਵੀ ਹੈ ਤੇ ਵਿਸ ਗੰਦਲਾਂ ਨੇ ਪਰ ਖੰਡ ਚ ਲਵੇੜ ਕੇ ਧਰੀਆਂ, ਲੇਪ ਖੰਡ ਦਾ ਕੀਤਾ ਆ। ਇੱਦਾਂ ਹੀ ਉਹ ਪੁਜਾਰੀਵਾਦ ਦੀ ਸਾਰੀ ਸੋਚ ਜੇਕਰ ਤੁਸੀਂ ਗੁਰਮਤ ਦੀ ਰੰਗਤ ਵਿੱਚ, ਗੁਰਮਤ ਦੀ ਚਾਸ਼ ਵਿੱਚ ਡੁਬੋ ਕੇ ਲੋਕਾਂ ਨੂੰ ਦਿਓਗੇ ਭਾਈ, ਉਹਦਾ ਫਿਰ ਕਿਸੇ ਨਾ ਕਿਸੇ ਥਾਂ ਤੇ ਉਹਦਾ ਪਤਾ ਤੇ ਲੱਗੇਗਾ ਹੀ ਨਾ, ਗੱਲ ਸਪਸ਼ਟ ਤੇ ਹੋਏਗੀ ਨਾ। ਹੁਣ ਜੇ ਉਹੀਓ ਸੋਚਾਂ ਸਾਡੇ ਵਿੱਚ ਆਈ ਜਾਵਣ ਤਾਂ ਫਿਰ ਇਹ ਸ਼ਬਦ ਸਾਡੇ ਉੱਪਰ ਵੀ ਲਾਗੂ ਹੋਏਗਾ। ਕਹਾਂ ਭਇਓ ਜੋ ਮੂੰਡ ਮੁੰਡਾਇਓ ਭਗਵੋਂ ਕੀਨੋ ਭੇਖ, ਕਹਾਂ ਭਇਓ ਕੀ ਹੋ ਗਿਆ ਜੇਕਰ ਤੁਸੀਂ ਲਿਬਾਸ ਧਾਰਨ ਕਰ ਲਿਆ ਪਰ ਗਹਿਓ ਨਾ ਗੁਰ ਉਪਦੇਸ਼। ਪਰ ਗੁਰੂ ਦੀ ਜਿਹੜੀ ਹੈਗੀ ਆ ਸਮਝ, ਗੁਰੂ ਦੀ ਮੱਤ, ਗੁਰੂ ਦੀ ਅਕਲ, ਗੁਰੂ ਦਾ ਉਪਦੇਸ਼, ਗੁਰੂ ਤੋਂ ਜੋ ਅਸੀਂ ਆਪਣੇ ਜੀਵਨ ਜਿਉਣ ਵਾਸਤੇ ਜਾਂਚ ਸਿੱਖਣੀ ਸੀ, ਜੇ ਉਹ ਪ੍ਰਾਪਤ ਨਹੀਂ ਕੀਤੀ ਤਾਂ ਫਿਰ ਇਹ ਜਿਹੜਾ ਕੇਵਲ ਬਾਹਰੀ ਤੌਰ ਤੇ ਪਹਿਰਾਵਾ ਧਾਰਨ ਕੀਤਾ ਹੋਇਆ, ਇਹਦੇ ਨਾਲ ਕਹਾਂ ਭਇਓ ਕੀ ਹੋ ਗਿਆ ਹੈ। ਅੱਗੋਂ ਦੱਸਦੇ ਨੇ, ਸਾਚ ਛਾੜ ਕੇ ਝੂਠਾ ਲਾਗਿਓ ਜਨਮ ਅਕਾਰਥਕ ਹੋਇਓ। ਬੇਸ਼ੱਕ ਇਹ ਲਿਬਾਸ ਤੁਸੀਂ ਧਾਰਨ ਕੀਤਾ ਹੋਇਆ ਹੈ, ਪਰੰਤੂ ਜੇ ਸੱਚ ਨੂੰ ਛੱਡ ਕੇ ਝੂਠ ਨਾਲ ਜੁੜ ਗਏ ਆ, ਪਤਾ ਆ ਵੀ ਸੱਚ ਕੀ ਹੈ ਝੂਠ ਕੀ ਹੈ, ਗੁਰੂ ਸਾਨੂੰ ਕਿਹੋ ਜਿਹਾ ਰਾਹ ਵਿਖਾ ਕੇ ਗਿਆ ਸੀ ਤੇ ਅੱਜ ਅਸੀਂ ਕਿਸ ਰਾਹ ਤੇ ਤੁਰ ਪਏ ਹੈਗੇ ਆ। ਗੁਰੂ ਨੇ ਕਿਹੋ ਜਿਹੇ ਧਰਮ ਤੇ ਧਰਮ ਅਸਥਾਨ ਦੀ ਗੱਲ ਕੀਤੀ ਸੀ। ਗੁਰੂ ਆਖਦਾ ਸੀ ਭਾਈ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ, ਤੀਰਥ ਦਸ ਪੁਰਬ ਸਦਾ ਦਸਾਹਰਾ। ਗੁਰੂ ਤੇ ਇਹ ਗੱਲ ਕਰਦਾ, ਗੁਰੂ ਕਹਿੰਦਾ ਆ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਹੈ ਨਾ। ਗੁਰੂ ਸਾਹਿਬ ਤੇ ਸਾਨੂੰ ਹੀ ਦੱਸਦੇ ਨੇ, ਪਰ ਜੇ ਅਸੀਂ ਇਹ ਵਿਚਾਰ ਛੱਡ ਕੇ ਹੋਰਨਾਂ ਥਾਵਾਂ ਨੂੰ ਸਿੱਖਾਂ ਦੇ ਤੀਰਥ ਐਲਾਨ ਦਿੱਤਾ ਤੇ ਉਹਨਾਂ ਦੇ ਇਸ਼ਨਾਨ ਨੂੰ ਅਸੀਂ ਖਾਸ ਮਾਨਤਾ ਦੇ ਦਿੱਤੀ, ਤੇ ਸਤਿਗੁਰ ਸਾਨੂੰ ਬਾਣੀ ਵਿੱਚ ਕਹਿੰਦੇ ਆ ਜਲ ਕੈ ਮਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਉਹ ਨਰ, ਫਿਰ ਜੋਨੀ ਆਵੈ। ਗੁਰੂ ਸਾਹਿਬ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਤੇ ਗੁਰ ਕੀ ਸੇਵਾ ਕੀ ਹੈ ਜੀ? ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰੂ ਜੋ ਸਾਨੂੰ ਦੱਸਦੇ ਨੇ ਉਸ ਨੂੰ ਆਪਣੇ ਜੀਵਨ ਵਿੱਚ ਵਸਾਉਣਾ। ਜੇ ਅਸੀਂ ਕਰਮ ਸਾਰੇ ਉਹੀ ਕਰਦੇ ਹਾਂ, ਬਸ ਥਾਵਾਂ ਬਦਲ ਲਈਆਂ ਤੇ ਥਾਵਾਂ ਬਦਲ ਕੇ ਮਾੜਾ ਮੋਟਾ ਤੌਰ ਤਰੀਕਿਆਂ 'ਚ ਫਰਕ ਪਾ ਲਿਆ, ਫਿਰ ਸਾਡੇ 'ਚ ਕੋਈ ਬਹੁਤਾ ਅੰਤਰ ਨਹੀਂ ਹੋਏਗਾ। ਇਸ ਲਈ ਚੇਤਾ ਰੱਖਣਾ, ਸਾਚ ਛਾੜ ਕੇ, ਸੱਚੀ ਗੱਲ ਨੂੰ ਛੱਡ ਕੇ, ਗੁਰੂ ਦੇ ਗਿਆਨ ਨੂੰ ਛੱਡ ਕੇ ਝੂਠਾ ਲਾਗਿਓ, ਝੂਠ ਦੇ ਵਿੱਚ ਲੱਗ ਗਿਆ, ਜਨਮ ਅਕਾਰਥਕ ਹੋਇਓ। ਜਨਮ ਜੋ ਕੀਮਤੀ ਸਮਾਂ ਸੀ ਜ਼ਿੰਦਗੀ ਦਾ, ਇਹਨੂੰ ਆਕਾਰਥਕ ਹੋਇਓ, ਇਹਨੂੰ ਬਿਨਾਂ ਕਿਸੇ ਅਰਥ ਤੋਂ ਹੀ ਖੋ ਲਿਆ ਹੈ। ਕਰ ਪਰਪੰਚ ਉਦਰ ਨਿਜ ਪੋਖਿਓ। ਪਰਪੰਚ ਦਾ ਅਰਥ ਹੁੰਦਾ ਆ ਠੱਗੀ, ਝੂਠ। ਠੱਗੀ ਕਰਕੇ, ਝੂਠ ਬੋਲ ਕੇ ਉਦਰ ਨਿਜ ਪੋਖਿਓ, ਆਪਣਾ ਢਿੱਡ ਭਰਦਾ ਰਿਹਾ ਆ।
ਪਤਾ ਸੀ ਤੈਨੂੰ ਵੀ ਇਹ ਥਿੱਤਾਂ ਵਾਰਾਂ ਦੀ ਪੂਜਾ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਣੀ, ਪਰ ਫਿਰ ਵੀ ਲੋਕਾਂ ਨੂੰ ਇਸ ਪਾਸੇ ਲਾ ਕੇ ਉਧਰ ਨਿਜ ਪੋਖਿਓ, ਆਪਣਾ ਉਧਰ ਪੋਖਿਓ, ਆਪਣਾ ਪੇਟ ਪੂਰਤੀ, ਆਪਣੇ ਟੱਬਰਾਂ ਨੂੰ ਪਾਲਦਾ ਰਿਆਂ। ਹਕੀਕਤ ਦਾ ਪਤਾ ਸੀ ਤੈਨੂੰ, ਜਾਣਦਾ ਸੀ ਤੂੰ ਸੱਚ ਨੂੰ। ਉਹ ਗੱਲ ਉਹ ਹੋ ਗਈ ਨਾ, ਜਿੱਦਾਂ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਨੇ ਬਾਣੀ 'ਚ ਲਿਖਿਆ ਹੈਗਾ, ਗੁਰਬਾਣੀ ਦਾ ਇਹ ਫੈਸਲਾ ਆ ਬਈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਇੱਥੇ ਕੁਸ਼ਲਤਾ ਦੀਆਂ ਕਿਹੜੀਆਂ ਗੱਲਾਂ ਕਰਦੇ ਹੋ? ਇੱਥੇ ਤੇ ਹਾਥ ਦੀਪ ਕੂਏ ਪਰੇ, ਇੱਥੇ ਤੇ ਕੂਏ ਵਿੱਚ ਡਿੱਗ ਰਹੇ ਨੇ ਉਹ ਜਿਨ੍ਹਾਂ ਦੇ ਹੱਥ ਵਿੱਚ ਦੀਵਾ ਹੈਗਾ ਆ। ਮਨ ਜਾਣਤ ਸਭ ਬਾਤ ਜਾਣਤ ਹੀ ਅਵਗੁਣ ਕਰੈ, ਜਾਣਦਾ ਹੈ ਸਭ ਪਰ ਜਾਣਦਾ ਹੋਇਆ ਵੀ ਅਵਗੁਣ ਕਮਾਉਂਦਾ ਪਿਆ ਹੈ। ਸੋ ਇਦਾਂ ਦੱਸਦੇ ਨੇ, ਜਨਮ ਅਕਾਰਥ ਖੋਇਓ, ਕਰ ਪਰਪੰਚ ਉਧਰ ਨਿਜ ਪੋਖਿਓ। ਠੱਗੀਆਂ ਮਾਰ ਕੇ, ਝੂਠ ਬੋਲ ਕੇ ਉਧਰ ਨਿਜ ਪੋਖਿਓ। ਕੇਵਲ ਆਪਣੀ ਕਮਾਈ ਖਾਤਰ ਬਿਜ਼ਨਸ ਬਣਾ ਲਿਆ ਨਾ ਲੋਕਾਂ ਨੇ ਧਰਮ ਨੂੰ, ਸੌਖਾ ਬਿਜ਼ਨਸ ਬਣ ਗਿਆ। ਉੱਦਾਂ ਤੁਸੀਂ ਕੋਈ ਨੌਕਰੀ ਜੁਆਇਨ ਕਰਨੀ ਹੋਵੇ, ਤੁਹਾਡੇ ਵਿੱਚ ਯੋਗਤਾ ਚਾਹੀਦੀ ਆ, ਸਟੱਡੀ ਚਾਹੀਦੀ ਆ, ਤੁਹਾਡਾ ਐਕਸਪੀਰੀਅੰਸ ਮੰਗਿਆ ਜਾਂਦਾ ਆ, ਹੈ ਨਾ, ਤੁਹਾਡੀ ਪਰਸੈਂਟੇਜ ਮੰਗੀ ਜਾਂਦੀ ਆ। ਫਿਰ ਉਹ ਮੈਰਿਟ ਬਣਾਉਂਦੇ ਆ, ਫਿਰ ਉਹਦੇ ਆਧਾਰ ਦੇ ਉੱਪਰ ਜੌਬ ਦਿੰਦੇ ਆ, ਆਫਰ ਕਰਦੇ ਆ, ਤੁਹਾਨੂੰ ਫੀਸਾਂ ਪੇ ਕਰਨੀਆਂ ਪੈਂਦੀਆਂ, ਸਟੱਡੀ ਕਰਨੀ ਪੈਂਦੀ ਆ, ਮਿਹਨਤ ਕਰਨੀ ਪੈਂਦੀ, ਯਤਨ ਕਰਨਾ ਪੈਂਦਾ ਆ। ਪਰ ਇੱਧਰ ਧਰਮ ਦੀ ਦੁਨੀਆ 'ਚ ਬਾਬਾ ਬਣਨ ਵਾਸਤੇ ਜਾਂ ਕਿਸੇ ਹੋਰ ਰੂਪ ਦੇ ਵਿੱਚ ਲੋਕਾਂ ਨੂੰ ਪਿੱਛੇ ਲਾਉਣ ਵਾਸਤੇ ਨਾ ਡਿਗਰੀ ਦੀ ਲੋੜ, ਨਾ ਸਟੱਡੀ ਦੀ ਲੋੜ, ਹੈ ਨਾ, ਲੱਗ ਜਾਂਦੇ ਆ ਲੋਕ, ਸੌਖੇ ਹੀ ਲੱਗ ਜਾਂਦੇ ਆ। ਵੇਖਦੇ ਨਹੀਂ ਆਪਾਂ ਕਿਵੇਂ ਸੌਖੇ ਹੀ ਪਿੱਛੇ ਲੱਗ ਜਾਂਦੇ ਆ। ਤੇ ਫਿਰ ਗੁਰੂ ਸਾਹਿਬ ਦੇ ਨਾਮ ਦੇ ਉੱਪਰ ਛਾਲ ਸਮਾਹੀ ਪੈਸੇ ਵੀ ਸੌਖੇ ਹੀ ਮੰਗ ਲਏ ਜਾਂਦੇ ਆ, ਇਕੱਠੇ ਹੋ ਜਾਂਦੇ ਨੇ। ਸੋ ਇੱਦਾਂ ਕਰ ਪਰਪੰਚ ਉਧਰ ਨਿਜ ਪੋਖਿਓ, ਇੱਦਾਂ ਪਰਪੰਚ ਕਰਕੇ, ਠੱਗੀ ਕਰਕੇ ਉਧਰ ਨਿਜ ਪੋਖਿਓ, ਨਿੱਜੀ ਉਧਰ, ਆਪਣਾ ਉਧਰ, ਆਪਣੀ ਪੇਟ ਪੂਰਤੀ ਕਰਦਾ ਰਿਓ। ਪਸ਼ ਕੀ ਨਿਆਈ ਸੋਇਓ, ਪਸ਼ੂਆਂ ਦੀ ਨਿਆਈ ਤੂੰ ਤੇ ਸੁੱਤਾ ਹੀ ਪਿਆ ਵਾਂ। ਜਿਵੇਂ ਪਸ਼ੂ ਨੂੰ ਕੋਈ ਸਮਝ ਨਹੀਂ ਆ, ਜਿਸ ਪਸ਼ੂ ਨੂੰ ਸਮਝ ਆ ਜਾਏ ਉਹ ਪਸ਼ੂ ਪਸ਼ੂ ਨਹੀਂ ਰਹਿ ਜਾਂਦਾ। ਪਸ਼ੂ ਦੀ ਨਿਆਈ ਤੂੰ ਬਸ ਸੁੱਤਾ ਹੀ ਪਿਆ ਹੈ। ਜਿੱਦਾਂ ਪਸ਼ੂ ਨੂੰ ਸਮਝ ਨਹੀਂ ਆ, ਪਸ਼ੂ ਨੂੰ ਪਾ ਕੇ ਚਾਰਾ ਤੇ ਚੋ ਲਿਆ ਜਾਂਦਾ ਵਾ, ਇੱਦਾਂ ਹੀ ਭਾਈ ਤੁਹਾਨੂੰ ਵੀ ਚਾਟ ਤੇ ਲਾਇਆ ਹੋਇਆ, ਤੇ ਚਾਟ ਤੇ ਲਾ ਕੇ ਤੁਹਾਨੂੰ 6 ਮਹੀਨਿਆਂ 3 ਮਹੀਨਿਆਂ ਪਿੱਛੋਂ, ਮਹੀਨੇ ਪਿੱਛੋਂ ਤੁਹਾਡੇ ਕੋਲ ਵੀ ਜਿਹੜੀ ਕਮਾਈ ਹੁੰਦੀ ਉਹ ਸਾਰੀ ਲੈ ਜਾਂਦੇ ਆ, ਉਹ ਸਾਰੀ ਲੈ ਜਾਂਦੇ ਇਕੱਠੀ ਕਰਕੇ ਵੀ ਦਿਓ ਜੀ, ਆ ਇਹਦੇ ਨਾਂ ਦੀ, ਆ ਇਹਦੇ ਨਾਂ ਦੀ, ਆ ਇਹਦੇ ਨਾਂ ਦੀ। ਹੁੰਦਾ ਨਹੀਂ ਇੱਦਾਂ, ਕਰਦੇ ਆ ਨਾ। ਦੱਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਵਸਾਇਆ, ਕਿਹਨਾਂ ਦੇ ਘਰਾਂ 'ਚ ਬੋਰੀਆਂ ਰੱਖੀਆਂ ਸਨ ਜਾਂ ਕਿਹਨਾਂ ਦੇ ਘਰਾਂ ਤੋਂ ਉਗਰਾਹੀਆਂ ਕੀਤੀਆਂ ਸਨ? ਕਿਵੇਂ ਗੁਰੂ ਸਾਹਿਬ ਜੀ ਨੇ ਉਹ ਸਿਸਟਮ ਸਾਰੇ ਦਾ ਸਾਰਾ ਚਲਾਇਆ ਸੀ। ਸੋ ਸਾਨੂੰ ਵੇਖਣਾ ਪੈਣਾ ਆ, ਸਾਨੂੰ ਸਮਝਣਾ ਪੈਣਾ ਆ ਵੀ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਉਹ ਤੌਰ ਤਰੀਕੇ ਕਿਵੇਂ ਦੇ ਸਨ ਤੇ ਅੱਜ ਕਿਵੇਂ ਦੇ ਨੇ। ਅੱਜ ਇਹ ਤਬਦੀਲੀ ਕਿਵੇਂ ਆ ਚੁੱਕੀ ਹੋਈ ਹੈ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬਿਕਾਨਾ। ਕਹਿੰਦੇ ਪਰਮੇਸ਼ਰ ਜੋ ਤੇਰੇ ਅੰਦਰ ਵਸਦਾ ਸੀ, ਘਟ ਘਟ ਰਮਈਆ ਆਹਿਓ, ਜੋ ਪਰਮੇਸ਼ਰ ਵਾਹਿਗੁਰੂ ਤੇਰੇ ਅੰਦਰ ਵਸਦਾ ਸੀ, ਗਤ ਨਹੀਂ ਜਾਨੀ, ਉਸ ਦੀ ਤੇ ਭਾਈ ਤੂੰ ਸਾਰ ਜਾਣੀਏ ਨਹੀਂ। ਮਾਇਆ ਹਾਥ ਬਿਕਾਨਾ, ਬਸ ਮਾਇਆ ਦੇ ਹੱਥ ਵੇਖਦਾ ਰਿਹਾ, ਔਗੁਣ ਕਰਦਾ ਰਿਹਾ, ਔਗੁਣ ਕਮਾਉਂਦਾ ਰਿਹਾ। ਉਰਜ ਰਹਿਓ ਵਿਖਿਆਨ ਸੰਗ ਬੌਰਾ, ਨਾਮ ਰਤਨ ਬਿਸਰਾਨਾ। ਇਸੇ ਤਰ੍ਹਾਂ ਵਿਸ਼ਿਆਂ ਦੇ ਵਿੱਚ, ਅਗਿਆਨਤਾ ਵਿੱਚ, ਔਗੁਣਾਂ ਦੇ ਵਿੱਚ ਉਲਝਿਆ ਰਿਹਾ ਤੇ ਨਾਮ ਰਤਨ ਵਿਸਰਾਨਾ, ਪਰਮੇਸ਼ਰ ਦਾ ਨਾਮ ਰੂਪੀ ਰਤਨ ਉਸ ਨੂੰ ਵਿਸਾਰ ਦਿੱਤਾ, ਉਸ ਨੂੰ ਭੁਲਾ ਦਿੱਤਾ। ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਔਧ ਸਿਰਾਨੀ। ਰਹਿਓ ਅਚੇਤ, ਅਚੇਤ ਦਾ ਅਰਥ ਹੁੰਦਾ ਅਨਕੌਂਸ਼ੀਅਸ, ਬਈ ਇਹ ਨਾ ਸਮਝ ਹੀ ਰਿਹਾ, ਇਹ ਚੇਤਨ ਨਹੀਂ ਹੋਇਆ, ਕੌਂਸ਼ੀਅਸ ਨਹੀਂ ਹੋਇਆ, ਚੇਤਨ ਨਹੀਂ ਹੋਇਆ। ਰਹਿਓ ਅਚੇਤ, ਅਚੇਤ ਹੀ ਰਿਹਾ। ਨਾ ਚੇਤਿਓ ਗੋਬਿੰਦ, ਗੋਬਿੰਦ ਪਰਮੇਸ਼ਰ ਨੂੰ ਇਹਨੇ ਚੇਤਿਆ ਹੀ ਨਹੀਂ, ਸਿਮਰਿਆ ਹੀ ਨਹੀਂ। ਜੋ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਹੜਾ ਪਰਮੇਸ਼ਰ ਇਹਦੇ ਅੰਦਰ ਬੈਠਾ ਸੀ, ਮਨ ਦਾ ਸ਼ੁੱਧ ਸਰੂਪ ਜੋ ਰੱਬ ਦਾ ਰੂਪ ਹੈ, ਉਸ ਨੂੰ ਪਛਾਣਿਆ ਹੀ ਨਹੀਂ, ਉਸ ਨੂੰ ਨਹੀਂ ਪਛਾਣਿਆ। ਬਿਰਥਾ ਔਧ ਸਿਰਾਨੀ, ਐਦਾਂ ਆਪਣੀ ਅਵਧੀ ਉਮਰ ਬਿਰਥਾ ਸਿਰਾਨੀ, ਬੇਅਰਥ ਹੀ ਸਿਰਾਨੀ ਦਾ ਅਰਥ ਬਤੀਤ ਕਰ ਲਈ, ਬੇਅਰਥ ਹੀ ਇਸਨੇ ਆਪਣੀ ਉਮਰ ਗਵਾ ਲਈ ਆ। ਸ਼ੁੱਧ ਸਰੂਪ ਜੋ ਮਨ ਦਾ ਸੀ ਉਸ ਨੂੰ ਪਛਾਣ ਕੇ ਸਹੀ ਪਾਸੇ ਨਹੀਂ ਚੱਲਿਆ ਹੈ। ਰਹਿਓ ਅਚੇਤ ਨ ਚੇਤਿਓ ਗੋਬਿੰਦ ਬਿਰਥਾ ਔਧ ਸਿਰਾਨੀ, ਕਹੋ ਨਾਨਕ ਹਰ ਬਿਰਧ ਪਛਾਨੋ ਭੂਲੇ ਸਦਾ ਪੁਰਾਨੀ। ਹੁਣ ਇੱਥੋਂ ਦੱਸਦੇ ਨੇ, ਕਹੋ ਨਾਨਕ ਹਰ ਬਿਰਧ ਪਛਾਨੋ, ਹੇ ਵਾਹਿਗੁਰੂ ਤੁਸੀਂ ਆਪਣਾ ਬਿਰਧ ਪਛਾਣੋ, ਮੁੱਢ ਕਦੀਮਾ ਵਾਲਾ ਬਖਸ਼ਿੰਦ ਸੁਭਾਓ ਤੁਸੀਂ ਆਪਣਾ ਪਛਾਣੋ। ਭੂਲੇ ਸਦਾ ਪੁਰਾਨੀ, ਅਸੀਂ ਲੋਕ ਤੇ ਭੁੱਲੇ ਹੋਏ ਹਾਂ, ਅਸੀਂ ਤੇ ਭੁੱਲੇ ਹੋਏ ਹਾਂ। ਤੇ ਇਹਦਾ ਭਾਵ ਅਰਥ ਕੀ ਹੈ? ਪਰਮੇਸ਼ਰ ਕਿੱਥੇ ਹੈ? ਮਨ ਤੂੰ ਜੋਤ ਸਰੂਪ ਹੈ, ਤੇ ਮਨ ਨੇ ਆਪਣਾ ਮੁੱਢ ਕਦੀਮਾ ਵਾਲਾ ਸੁਭਾਅ ਪਛਾਨਣਾ ਆ।
ਮਨ ਨੇ ਆਪਣੇ ਸ਼ੁੱਧ ਸਰੂਪ ਨੂੰ ਪਛਾਣਨਾ ਹੈ, ਤੇ ਜਦੋਂ ਮਨ ਆਪਣੇ ਸ਼ੁੱਧ ਸਰੂਪ ਨੂੰ ਪਛਾਣ ਕੇ ਅਸ਼ੁੱਧੀ ਨੂੰ ਖਤਮ ਕਰ ਦੇਗਾ, ਔਗਣਾਂ ਨੂੰ, ਵਿਕਾਰਾਂ ਨੂੰ ਖਤਮ ਕਰ ਦੇਗਾ, ਅਗਿਆਨਤਾ ਨੂੰ, ਨਾ ਸਮਝੀ ਨੂੰ ਖਤਮ ਕਰ ਦੇਗਾ, ਫਿਰ ਕੀ ਹੋਏਗਾ ਭਾਈ, ਇਹ ਸਹੀ ਰਾਹ ਤੇ ਚੱਲ ਕੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਰੱਬ ਜੈਸਾ ਹੋ ਜਾਏਗਾ, ਪਰਮੇਸ਼ਰ 'ਚ ਅਭੇਦ ਹੋ ਜਾਏਗਾ। ਜੇ ਤੇ ਉਸ ਪਾਸੇ ਚੱਲ ਪਿਆ ਤਾਂ ਠੀਕ, ਨਹੀਂ ਫਿਰ ਭੁੱਲੇ ਸਦਾ ਪ੍ਰਾਨੀ, ਨਹੀਂ ਫਿਰ ਮਨੁੱਖ ਤੇ ਸਦਾ ਭੁੱਲਦੇ ਹੀ ਪਏ ਹਨ, ਤੇ ਭੁੱਲ ਭੁੱਲ ਕੇ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਬੇਕਾਰ ਅਕਾਰਥ ਹੀ ਖੋ ਰਹੇ ਹਨ। ਸੋ ਇਵੇਂ ਗੁਰੂ ਤੇਗ ਬਹਾਦਰ ਜੀ ਨੇ ਇਸ ਸ਼ਬਦ ਵਿੱਚੋਂ ਦੱਸਿਆ, ਗਹਿਓ ਨਾ ਗੁਰ ਉਪਦੇਸ਼, ਬਈ ਗੁਰੂ ਦੇ ਉਪਦੇਸ਼ ਨੂੰ ਹੇ ਮਨ ਤੂੰ ਫੜਿਆ ਨਹੀਂ, ਗੁਰੂ ਦੀ ਗੱਲ ਤੇਰੇ ਗੇੜ ਵਿੱਚ ਨਹੀਂ ਆਈ, ਸਮਝ ਵਿੱਚ ਨਹੀਂ ਆਈ, ਤੂੰ ਹੋਰੇ ਪਾਸੇ ਰੁੱਝ ਗਿਆ, ਬਸ ਕਹਾਂ ਭਇਓ ਜੋ ਮੂੰਡ ਮੁੰਡਾਇਓ, ਭਗਵਾਂ ਕੀਨੋ ਭੇਸ, ਤੂੰ ਬਸ ਇੱਦਾਂ ਹੀ ਆਪਣਾ ਪਹਿਰਾਵਿਆਂ ਉੱਪਰ ਜ਼ੋਰ ਲਾ ਦਿੱਤਾ, ਬਹਿਰੂਨੀ ਰਹਿਤ ਜਿਹੜੀ ਸੀ ਬਾਹਰਲੀ, ਉਹਦੇ ਉੱਪਰ ਜਿਹੜੀ ਤੇਰੀ ਬਾਹਰਲੀ ਲੁੱਕ, ਬਾਹਰਲਾ ਦਿਖਾਵਾ ਆ, ਉਹਦੇ ਉੱਪਰ ਬੜਾ ਜ਼ੋਰ ਲਾਇਆ, ਪਰ ਜਿਹੜੀ ਅੰਦਰਲੀ ਰਹਿਤ ਸੀ ਉਹਨੂੰ ਸੋਚਿਆ ਨਹੀਂ, ਸਮਝਿਆ ਨਹੀਂ, ਤੇ ਉਸ ਉੱਪਰ ਕੰਮ ਕਰਨ ਦਾ ਯਤਨ ਨਹੀਂ ਕੀਤਾ। ਕੋਸ਼ਿਸ਼ ਆਪਾਂ ਕਰੀਏ, ਜਿੰਨਾ ਜ਼ੋਰ ਅਸੀਂ ਬਾਹਰਲੀ ਰਹਿਤ ਤੇ ਲਾਉਂਦੇ ਹਾਂ, ਉਹਨਾਂ ਅਸੀਂ ਆਪਣੇ ਮਨ ਨੂੰ, ਮਨ ਦੇ ਸ਼ੁੱਧੀਕਰਨ ਉੱਪਰ ਲਾਈਏ, ਮਨ ਨੂੰ ਸਾਫ਼ ਕਰੀਏ, ਮਨ ਅੰਦਰੋਂ ਔਗਣ ਕੱਢੀਏ, ਮਨ ਅੰਦਰ ਅਗਿਆਨਤਾ ਜੋ ਪਈ ਉਸ ਨੂੰ ਕੱਢੀਏ। ਮਨ ਨੇ ਧਰਮ ਨੂੰ ਜੋ ਕੁਝ ਹੋਰ ਸਮਝ ਲਿਆ, ਸਿੱਖੀ ਨੂੰ ਜੋ ਕੁਝ ਹੋਰ ਸਮਝ ਲਿਆ, ਗੁਰਬਾਣੀ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ ਮਨ ਨੂੰ ਸਹੀ ਸਿੱਖਿਆ, ਸਹੀ ਉਪਦੇਸ਼ ਦੇਈਏ ਆਪਾਂ। ਸੋ ਇਵੇਂ ਦੱਸਿਆ ਹੈ। ਅਗਲਾ ਸ਼ਬਦ ਹੈ ਜੀ ਸੋਰਠ ਮਹਲਾ 9ਵਾਂ 25 ਨੰਬਰ ਸ਼ਬਦ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਉ, ਨਹ ਨਿੰਦਿਆ ਨਹ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾ ਹਿਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਹ ਹੈ 25 ਨੰਬਰ ਸ਼ਬਦ, ਸੋਰਠ ਰਾਗ ਦਾ 11 ਨੰਬਰ ਸ਼ਬਦ। ਤੇ ਇਹਦੇ ਵਿੱਚੋਂ ਗੁਰੂ ਤੇਗ ਬਹਾਦਰ ਜੀ ਜੋ ਦੱਸਦੇ ਨੇ, ਆਪਾਂ ਸਮਝਦੇ ਹਾਂ। ਪਹਿਲਾਂ ਆਪਾਂ ਉਚਾਰਨ ਤੇ ਵਿਸ਼ਰਾਮਾਂ ਦੀ ਗੱਲ ਕਰ ਲਈਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਮਾਫ ਕਰਨਾ, ਜੋ ਨਰ, ਜਿਹੜਾ ਇਨਸਾਨ ਹੈ ਨਾ, ਨਰ ਦੇ ਉੱਪਰ ਵਿਸ਼ਰਾਮ ਲੱਗੇਗਾ। ਜੋ ਨਰ ਵਿਸ਼ਰਾਮ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਮੈਂ, ਇਹਨੂੰ ਮੈਂ ਨਹੀਂ ਪੜ੍ਹਨਾ, ਮੈਂ, ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ, ਇਹਨੂੰ ਸਨੇਹੋ ਨਹੀਂ ਪੜ੍ਹਨਾ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ, ਇੱਦਾਂ ਨਹੀਂ ਪੜ੍ਹਨਾ, ਸੁਖ ਸਨੇਹ, ਹਾਹੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੋਣ ਦੀ ਨਿਸ਼ਾਨੀ ਹੈਗੀ ਆ। ਅਰ ਦੇ ਵੀ ਰਾਰੇ ਨੂੰ ਔਂਕੜ ਹੈ। ਜੇ ਸਨੇਹੋ ਪੜ੍ਹੋਗੇ ਤਾਂ ਅਰੋ ਕਿਉਂ ਨਹੀਂ ਪੜ੍ਹਿਆ ਜਾਂਦਾ? ਅਰ ਦੇ ਰਾਰੇ ਨੂੰ ਔਂਕੜ, ਉਹਨੂੰ ਤਾਂ ਅਰ ਪੜ੍ਹਿਆ ਜਾਂਦਾ, ਸਨੇਹ ਨੂੰ ਸਨੇਹੋ ਪੜ੍ਹਿਆ ਜਾਂਦਾ ਹੈ। ਇਹ ਜਿਹੜੇ ਦੋ ਉਚਾਰਨ ਨੇ ਇੱਕੋ ਹੀ ਤੁਕ ਵਿੱਚ ਇਕੱਠੇ ਆਏ ਦੋ ਸ਼ਬਦਾਂ ਦੇ, ਇੱਦਾਂ ਨਹੀਂ ਕੀਤੇ ਜਾਣੇ ਚਾਹੀਦੇ ਭਾਈ। ਸੁਖ ਸਨੇਹ ਅਰ ਭੈ ਨਹੀਂ ਜਾ ਕੈ, ਵਿਸ਼ਰਾਮ ਕੰਚਨ ਮਾਟੀ ਮਾਨੈ, ਇਉਂ ਪੜ੍ਹਨਾ। ਨਹ ਨਿੰਦਿਆ ਨਹ ਉਸਤਤ ਜਾ ਕੈ, ਇਹਨੂੰ ਨਹਿ ਨਹੀਂ ਪੜ੍ਹਨਾ, ਨਹਿ ਨਿੰਦਿਆ ਨਹਿ ਉਸਤਤ ਨਾ, ਨੰਨੇ ਨੂੰ ਦੁਲਾਵਾਂ ਨਹੀਂ ਲਾਉਣੀਆਂ, ਸਿੱਧਾ ਹੀ ਨਹ ਨਿੰਦਿਆ ਨਹ ਉਸਤਤ ਜਾ ਕੈ, ਵਿਸ਼ਰਾਮ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਵਿਸ਼ਰਾਮ ਨਾ ਹਿਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਵਿਸ਼ਰਾਮ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਨ, ਵਿਸ਼ਰਾਮ ਤਿਹ ਘਟ ਬ੍ਰਹਮ ਨਿਵਾਸਾ। ਗੁਰ ਅਰਧ ਵਿਸ਼ਰਾਮ ਦੇਣਾ ਗੁਰ ਤੇ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਵਿਸ਼ਰਾਮ ਤਿਹ ਇਹ ਜੁਗਤ ਪਛਾਨੀ, ਤਹਿ ਨਹੀਂ ਪੜ੍ਹਦਾ ਇਹਨੂੰ, ਤਹਿ ਇਹ ਜੁਗਤ ਪਛਾਨੀ ਨਾ, ਤਿਹ ਇਹ ਜੁਗਤ ਪਛਾਨੀ, ਨਾਨਕ ਵਿਸ਼ਰਾਮ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਤੇ ਹੁਣ ਇਹ ਪੂਰੇ ਦਾ ਪੂਰਾ ਸ਼ਬਦ ਹੈ ਜੀ, ਇਹਦੇ ਉਚਾਰਨ ਤੇ ਵਿਸ਼ਰਾਮਾਂ ਸੰਬੰਧੀ ਬੇਨਤੀਆਂ ਕੀਤੀਆਂ ਨੇ। ਸਮਝੀਏ ਆਪਾਂ ਇਸ ਨੂੰ। ਇਸ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਇੱਕ ਸੌਖੀ ਜੀ ਜੀਵਨ ਜਾਂਚ ਸਾਨੂੰ ਦੱਸੀ ਹੈ, ਭਾਵੇਂ ਕਿ ਪਹਿਲਾਂ ਵੀ ਆਪਾਂ
ਇਹ ਵਿਸ਼ਾ ਟੱਚ ਕਰਦੇ ਆਏ ਹਾਂ, ਅਤੇ ਅਗਲੇ ਸ਼ਬਦਾਂ ਵਿੱਚ ਵੀ ਇਸ ਵਿਸ਼ੇ ਨੇ ਚੱਲਦੇ ਜਾਣਾ ਆ। ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਅੰਦਰ ਇਸ ਵਿਸ਼ੇ ਦੀ ਕਾਫੀ ਮਹਾਨਤਾ ਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਗੁਰੂ ਤੇਗ ਬਹਾਦਰ ਜੀ ਹੁਣ ਉਸ ਮਨੁੱਖ ਦੀ ਗੱਲ ਕਰਦੇ ਹੈ ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਦਾ ਇੱਕ ਟੀਚਾ ਮਿਥ ਲਿਆ ਹੈ ਅਤੇ ਉਸ ਦੀ ਪ੍ਰਾਪਤੀ ਦੇ ਵੱਲੋਂ ਚੱਲ ਪਿਆ ਹੋਇਆ ਹੈ। ਜਿਸ ਨੇ ਟੀਚਾ ਮਿਥ ਲਿਆ ਹੈ ਬਈ ਮੈਂ ਆਪਣੀ ਜ਼ਿੰਦਗੀ 'ਚ ਜਿੱਥੇ ਪਰਿਵਾਰ ਲਈ ਇਹ ਕੰਮ ਕਰਨੇ ਹੈ, ਉੱਥੇ ਮੈਂ ਸਮਾਜ ਲਈ ਇਹ ਵੀ ਕਰਨਾ, ਅਤੇ ਇਹ ਕਾਰਜ, ਇਹ ਟੀਚਾ ਪ੍ਰਾਪਤ ਕਰਦਿਆਂ ਬੇਸ਼ੱਕ ਮੇਰੀ ਜ਼ਿੰਦਗੀ ਕਿਉਂ ਨਾ ਲੇਖੇ ਲੱਗ ਜਾਏ। ਜਿਹਨੂੰ ਟੀਚੇ ਦੀ ਪ੍ਰਾਪਤੀ ਦੀ ਕੀਮਤ ਦਾ ਪਤਾ ਹੁੰਦਾ ਆ ਨਾ, ਉਹ ਜਾਣਦਾ ਹੁੰਦਾ ਵੀ ਮੇਰਾ ਟੀਚਾ ਕੀਮਤੀ ਕਿੰਨਾ ਆ। ਜੇਕਰ ਮੈਨੂੰ ਮੇਰੇ ਟੀਚੇ ਤੋਂ ਪਿੱਛੇ ਮੋੜਨ ਦੇ ਲਈ ਬਹੁਤ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਨੇ, ਇਹਦਾ ਮਤਲਬ ਮੇਰਾ ਟੀਚਾ ਉਸ ਤੋਂ ਵੀ ਕੀਮਤੀ ਹੈ। ਤੇ ਅੱਗੇ ਵੱਧ ਕੇ ਜੇ ਮੈਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਇਹਦਾ ਮਤਲਬ ਮੇਰਾ ਟੀਚਾ ਬਹੁਤ ਜ਼ਿਆਦਾ ਕੀਮਤੀ ਹੈ, ਬਹੁਤ ਜ਼ਿਆਦਾ ਕੀਮਤੀ ਹੈ, ਤੇ ਪ੍ਰਾਪਤ ਕਰਨਾ ਹੈ ਹਰ ਹੀਲੇ, ਹਰ ਸੂਰਤ ਵਿੱਚ। ਹੁਣ ਸਾਹਿਬਜ਼ਾਦਿਆਂ ਨੂੰ ਪਤਾ ਸੀ ਬਈ ਉਹਨਾਂ ਦਾ ਟੀਚਾ ਕਿੰਨਾ ਕੀਮਤੀ ਹੈ। ਬੇਸ਼ੱਕ ਉਹਨਾਂ ਨੂੰ ਧਨ ਦੌਲਤ ਦੇ ਬਰਾਬਰ ਤੋਲਣ ਦੀਆਂ ਗੱਲਾਂ ਕੀਤੀਆਂ ਗਈਆਂ, ਸ਼ਾਹੀ ਖਾਨਦਾਨਾਂ ਵਿੱਚ ਵਿਆਹ ਦੇਣ ਦੀਆਂ ਗੱਲਾਂ ਕੀਤੀਆਂ ਗਈਆਂ, ਪਰ ਸਾਹਿਬਜ਼ਾਦੇ ਜਾਣਦੇ ਆ ਵੀ ਜੇ ਸਾਡੇ ਟੀਚੇ ਦੇ ਸਾਹਮਣੇ ਸਾਨੂੰ ਇੰਨੇ ਵੱਡੇ ਵੱਡੇ ਆਫਰ ਦਿੱਤੇ ਜਾ ਰਹੇ ਨੇ, ਇਹਦਾ ਮਤਲਬ ਸਾਡਾ ਟੀਚਾ ਇਹਨਾਂ ਤੋਂ ਕਈ ਗੁਣੇ ਵੱਧ ਕੀਮਤੀ ਆ। ਸੋਨੇ, ਚਾਂਦੀ ਤੋਂ, ਰਿਆਸਤਾਂ ਤੋਂ, ਇਹਨਾਂ ਦੀਆਂ ਬੱਚੀਆਂ ਨਾਲ ਸ਼ਾਦੀਆਂ ਕਰਕੇ ਸ਼ਹਿਜ਼ਾਦੇ ਬਣਨ ਤੋਂ ਕਈ ਗੁਣੇ ਵੱਧ ਕੀਮਤੀ ਹੈ ਸਾਡਾ ਟੀਚਾ, ਉਹ ਰਸਤਾ ਜਿਸ ਰਸਤੇ ਉੱਪਰ ਅਸੀਂ ਚੱਲ ਰਹੇ ਹਾਂ। ਉਹਨਾਂ ਨੇ ਠੋਕਰ ਮਾਰ ਦਿੱਤੀ। ਤੇ ਫਿਰ ਜਦੋਂ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਖਤਮ ਕਰ ਦੇਣਾ, ਤੇ ਫਿਰ ਉਦੋਂ ਪਤਾ ਚੱਲ ਜਾਂਦਾ ਵੀ ਸਾਡਾ ਟੀਚਾ ਇੰਨਾ ਜ਼ਿਆਦਾ ਕੀਮਤੀ ਆ, ਇੰਨਾ ਜ਼ਿਆਦਾ ਕੀਮਤੀ ਆ। ਜ਼ਿੰਦਗੀ ਤੋਂ ਵੱਧ ਕੀਮਤੀ ਤੇ ਕੋਈ ਚੀਜ਼ ਹੈ ਨਹੀਂ ਨਾ। ਜਿੱਥੇ ਜ਼ਿੰਦਗੀ ਨੂੰ ਪ੍ਰਾਪਤ ਕਰਨ ਦਾ ਸਵਾਲ ਹੋਵੇ, ਉੱਥੇ ਮਨੁੱਖ ਆਪਣਾ ਸਭ ਕੁਝ ਦਾਅ ਤੇ ਲਾ ਦਿੰਦਾ, ਸਭ ਕੁਝ। ਉਹ ਸੁਣਦੇ ਨਹੀਂ ਤੁਸੀਂ ਸਿਕੰਦਰ ਦੀ ਕਹਾਣੀ ਵੀ ਸਿਕੰਦਰ ਮਹਾਨ ਜਦੋਂ ਮੌਤ ਹੋਣ ਲੱਗੀ ਤੇ ਕਹਿੰਦਾ ਸਭ ਕੁਝ ਲੈ ਲਓ ਪਰ ਮੈਨੂੰ ਜ਼ਿੰਦਗੀ ਦੇ ਦਿਓ। ਉਦੋਂ ਵੀ ਸੰਭਵ ਨਹੀਂ ਸੀ ਹੋ ਪਾਇਆ ਤੇ ਅੱਜ ਵੀ ਸੰਭਵ ਨਹੀਂ ਹੋ ਰਿਹਾ। ਜ਼ਿੰਦਗੀ ਤੋਂ ਵੱਧ ਤੇ ਕੁਝ ਵੀ ਨਹੀਂ। ਤੇ ਜਦੋਂ ਕਹਿੰਦੇ ਵੀ ਜ਼ਿੰਦਗੀ ਤੁਹਾਡੀ ਅਸੀਂ ਖਤਮ ਕਰ ਦੇਣੀ ਆ, ਸਾਹਿਬਜ਼ਾਦੇ ਕਹਿੰਦੇ ਬੜਾ ਕੀਮਤੀ ਹੈ ਟੀਚਾ, ਇਹਦੀ ਪ੍ਰਾਪਤੀ ਕਰਨੀ ਆ, ਜਿਵੇਂ ਵੀ ਹੋਵੇ ਇਹਨੂੰ ਪਾਉਣਾ ਆ। ਇਸ ਲਈ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਇਸ ਲਈ ਦੁੱਖ ਦੁਖੀ ਨਹੀਂ ਕਰ ਸਕੇ, ਸੁਖ ਸਨੇਹ ਉਹਨਾਂ ਦੇ ਰਸਤੇ 'ਚ ਰੋੜਾ ਨਹੀਂ ਬਣ ਸਕੇ। ਕੰਚਨ ਮਾਟੀ ਮੰਨੈ, ਕੰਚਨ ਤੇ ਮਿੱਟੀ, ਸੋਨੇ ਤੇ ਮਿੱਟੀ ਨੂੰ ਬਰਾਬਰ ਸਮਝ ਲਿਆ, ਅਮੀਰ ਤੇ ਗਰੀਬ ਨੂੰ ਬਰਾਬਰ ਸਮਝ ਲਿਆ, ਰਾਜੇ ਤੇ ਪਰਜਾ ਨੂੰ ਬਰਾਬਰ ਸਮਝ ਲਿਆ। ਵੀ ਇੱਕ ਰਾਜੇ ਲਈ ਜੇ ਕੁਝ ਅਧਿਕਾਰ ਹੋ ਸਕਦੇ ਤੇ ਪਰਜਾ ਦੇ ਅਧਿਕਾਰ ਕਿਉਂ ਨਹੀਂ ਹੋ ਸਕਦੇ? ਇੱਕ ਆਗੂ ਦੇ ਜੇ ਆਪਣੇ ਕੁਝ ਅਧਿਕਾਰ ਸੁਰੱਖਿਅਤ ਹੋ ਸਕਦੇ ਆ ਤੇ ਆਮ ਲੋਕਾਂ ਦੇ ਕਿਉਂ ਨਹੀਂ ਹੋ ਸਕਦੇ? ਇਸ ਲਈ ਉਹਨਾਂ ਨੇ ਕੰਚਨ ਮਾਟੀ ਮੰਨੈ, ਬਰਾਬਰ ਰਾਜੇ ਨੂੰ, ਪ੍ਰਜਾ ਨੂੰ, ਅਮੀਰ ਨੂੰ, ਗਰੀਬ ਨੂੰ, ਸਾਰਿਆਂ ਨੂੰ ਬਰਾਬਰ ਰੱਖਿਆ। ਉੱਚੇ ਨੀਵੇਂ ਸਾਰਿਆਂ ਨੂੰ ਬਰਾਬਰ, ਵੱਡੇ ਛੋਟੇ ਸਾਰੇ ਉਹਨਾਂ ਲਈ ਬਰਾਬਰ ਨੇ। ਗੁਰੂ ਸਾਹਿਬ ਕਹਿੰਦੇ ਤੁਹਾਡੀ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ ਉਦੋਂ ਜਦੋਂ ਤੁਸੀਂ ਆਪਣੇ ਇੱਕ ਟੀਚੇ ਨੂੰ ਪ੍ਰਣਾਏ ਜਾਂਦੇ ਆ। ਫਿਰ ਉੱਥੇ ਤੱਕ ਪਹੁੰਚਦੇ ਆ, ਦੁੱਖ ਤੁਹਾਨੂੰ ਦੁਖੀ ਨਹੀਂ ਕਰ ਸਕਦੇ, ਸੁੱਖ ਤੇ ਸਨੇਹ ਤੁਹਾਡੇ ਰਾਹ ਦੇ ਰੋੜੇ ਨਹੀਂ ਬਣ ਸਕਦੇ, ਸੋਨਾ ਚਾਂਦੀ ਇਤਿਆਦਿਕ ਚੀਜ਼ਾਂ ਤੁਹਾਡੇ ਲਈ ਮਿੱਟੀ ਹੋ ਜਾਂਦੀਆਂ ਨੇ, ਤੁਸੀਂ ਠੁਕਰਾ ਜਾਂਦੇ ਹੋ ਇਹਨਾਂ ਨੂੰ। ਨਹ ਨਿੰਦਿਆ ਨਹ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਉਸਤਤ ਤੇ ਨਿੰਦਿਆ, ਲੋਭ ਮੋਹ ਤੇ ਅਭਿਮਾਨ, ਇਹ ਚੀਜ਼ਾਂ ਵੀ ਰਸਤੇ ਦਾ ਰੋੜਾ ਨਹੀਂ ਬਣਦੀਆਂ। ਜਿੰਨੀ ਮਰਜ਼ੀ ਤੁਹਾਡੀ ਕੋਈ ਉਸਤਤ ਕਰੇ, ਤੁਸੀਂ ਉਸਤਤ ਦੇ ਵਿੱਚ ਫੁੱਲ ਕੇ ਆਫਰ ਕੇ ਇੱਦਾਂ ਨਹੀਂ ਹੋ ਜਾਂਦੇ ਵੀ ਹਾਂ ਮੈਂ ਤੇ ਬਹੁਤ ਮਹਾਨ ਬਣ ਗਿਆ ਨਾ। ਪਤਾ ਹੁੰਦਾ ਆ ਵੀ ਹਾਲੇ ਮੈਂ ਟੀਚੇ ਤੇ ਪੁੱਜਿਆ ਨਹੀਂ ਆ, ਤੇ ਇਹ ਉਸਤਤ ਤੇ ਨਿੰਦਿਆ ਮੇਰੇ ਰਾਹ ਦਾ ਰੋੜਾ ਨਹੀਂ ਬਣ ਸਕਦੀ। ਜਦੋਂ ਤੁਹਾਨੂੰ ਪਤਾ ਹੁੰਦਾ ਵੀ ਅਸੀਂ ਪ੍ਰਾਪਤੀ ਇਹ ਕਰਨੀ ਹੈ, ਫਿਰ ਤੁਹਾਨੂੰ ਆਪਣੀ ਉਸਤਤ ਵੀ ਚੰਗੀ ਨਹੀਂ ਲੱਗਦੀ ਹੁੰਦੀ, ਤੇ ਨਿੰਦਿਆ ਤੋਂ ਵੀ ਤੁਹਾਨੂੰ ਕੋਈ ਦੁੱਖ ਨਹੀਂ ਮਹਿਸੂਸ ਹੁੰਦਾ। ਤੁਸੀਂ ਨਿੰਦਿਆ ਨੂੰ ਵੀ ਛੱਡ ਦਿੰਦੇ ਹੋ, ਉਸਤਤ ਨੂੰ ਵੀ ਛੱਡ ਦਿੰਦੇ ਹੋ ਜਦੋਂ ਸਾਹਮਣੇ ਟੀਚਾ ਹੁੰਦਾ ਹੈ। ਕਹਿੰਦੇ ਛੱਡ ਪਰੇ ਵੀ ਆਹ ਗੱਲਾਂ ਨਾ ਕਰ, ਹਾਲੇ ਮੇਰਾ ਸਫ਼ਰ ਬੜਾ ਪਿਆ, ਮੰਜ਼ਿਲ ਮੇਰੀ ਬਹੁਤ ਦੂਰ ਹੈ,
ਹਾਲੇ ਮੈਨੂੰ ਇਹ ਉਸਤਤ ਤੇ ਨਿੰਦਿਆ ਨਾਲ ਕੋਈ ਲੈਣਾ ਦੇਣਾ ਨਹੀਂ। ਲੋਭ ਮੋਹ ਤੇ ਅਭਿਮਾਨ ਨੂੰ ਵੀ ਛੱਡ ਦਿੱਤਾ ਜਾਂਦਾ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨਾ। ਹਰਖ ਖੁਸ਼ੀ ਸੋਗ ਗਮੀ, ਇਹਨਾਂ ਤੋਂ ਨਿਆਰਾ ਹੋ ਜਾਂਦਾ। ਨਾ ਹੀ ਮਾਨ ਅਪਮਾਨਾ, ਮਾਨ ਤੇ ਅਪਮਾਨ ਦੀ ਵੀ ਪਰਵਾਹ ਨਹੀਂ ਹੁੰਦੀ। ਬੇਸ਼ੱਕ ਮਾਨ ਹੋਵੇ, ਬੇਸ਼ੱਕ ਅਪਮਾਨ ਹੋਵੇ, ਜਦੋਂ ਟੀਚਾ ਸਾਹਮਣੇ ਆਣਾ ਫਿਰ ਬਸ ਉਹਦੇ ਵੱਲ ਤੁਰਿਆ ਜਾ ਰਿਹਾ। ਹਰ ਕਦਮ ਟੀਚੇ ਵੱਲ ਵਧਿਆ ਜਾ ਰਿਹਾ ਅੱਗੇ। ਤੇ ਮਾਨ ਅਪਮਾਨ ਸੁੱਖ ਤੇ ਦੁੱਖ ਭਰੇ ਰਹਿ ਜਾਂਦੇ ਨੇ ਫਿਰ ਪਿੱਛੇ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਤੇ ਉਹ ਆਪਣੇ ਟੀਚੇ ਵੱਲ ਵਧਣ ਵਾਲਾ ਆਪਣੀਆਂ ਆਸਾਵਾਂ ਨੂੰ ਛੱਡ ਦਿੰਦਾ, ਆਪਣੀਆਂ ਮਨਸ਼ਾਵਾਂ ਜਿਹੜੀਆਂ ਨਿੱਜੀ ਹੁੰਦੀਆਂ ਛੱਡ ਦਿੰਦਾ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਡ ਦਿੱਤੀਆਂ ਸਨ ਆਪਣੀਆਂ ਆਸਾਵਾਂ, ਆਪਣੀਆਂ ਮਨਸ਼ਾਵਾਂ। ਇੱਕ ਟੀਚਾ ਸੀ ਉਹਨਾਂ ਦੇ ਸਾਹਮਣੇ, ਜ਼ਾਲਮ ਰਾਜ ਦੀ ਜੜ ਉਖੇੜਨੀ ਤੇ ਸਿੱਖ ਰਾਜ ਦੀ ਸਥਾਪਨਾ ਕਰਨੀ। ਤੇ ਉਹਦੀ ਪ੍ਰਾਪਤੀ ਦੇ ਵੱਲ ਵੱਧਦੇ ਹੋਏ ਆਪਣੀਆਂ ਆਸਾਵਾਂ, ਆਪਣੀਆਂ ਮਨਸ਼ਾਵਾਂ, ਆਪਣਾ ਸੁੱਖ, ਆਪਣਾ ਦੁੱਖ, ਆਪਣਾ ਮਾਣ, ਆਪਣਾ ਅਪਮਾਨ, ਆਪਣੀ ਉਸਤਤ, ਆਪਣੀ ਨਿੰਦਿਆ, ਸਾਰੀਆਂ ਚੀਜ਼ਾਂ ਨੂੰ ਪਰੇ ਕਰਕੇ ਚੱਲਦੇ ਨੇ, ਦੂਰ ਕਰਕੇ ਚੱਲਦੇ ਨੇ। ਜਗ ਤੇ ਰਹਿ ਨਿਰਾਸਾ, ਤੇ ਜਗਤ ਵਾਲੇ ਪਾਸਿਓਂ ਨਿਰਾਸ਼ ਰਹਿੰਦੇ ਆ। ਆਸ ਨਹੀਂ ਰੱਖਦੇ ਵੀ ਜਿਵੇਂ ਮੁਸੀਬਤ ਵਿੱਚ ਫਸ ਗਿਆ ਤੇ ਇਹ ਚਾਰ ਲੋਕ ਆ ਕੇ ਮੇਰੀ ਸਹਾਇਤਾ ਕਰਨਗੇ। ਨਾ, ਹਾਂ ਜੇ ਕਰ ਦੇਣ ਤੇ ਚੰਗੀ ਗੱਲ ਹੈ, ਤੇ ਜੇ ਨਾ ਸਹਾਇਤਾ ਕਰਨ, ਆਸ ਤੇ ਨਹੀਂ ਸੀ ਨਾ ਰੱਖੀ ਕੋਈ। ਜਦੋਂ ਆਸ ਹੀ ਨਹੀਂ ਰੱਖੀ ਫਿਰ ਉਦੋਂ ਦੁੱਖ ਵੀ ਕੋਈ ਨਹੀਂ ਹੁੰਦਾ। ਇਸ ਲਈ ਉਹ ਦੂਜਿਆਂ ਤੋਂ ਉਮੀਦਾਂ ਲੈ ਕੇ ਨਹੀਂ ਚੱਲਦੇ ਹੁੰਦੇ। ਉਹ ਖੁਦ ਜਿਹੜੀ ਆਪਣੀ ਉਹਨਾਂ ਦੀ ਉਮੀਦ ਹੁੰਦੀ ਹੈ, ਆਪਣਾ ਜਿਹੜਾ ਵਿਸ਼ਵਾਸ ਦ੍ਰਿੜ ਹੁੰਦਾ ਹੈ, ਆਪਣਾ ਜਿਹੜਾ ਨਿਸ਼ਚਾ ਹੁੰਦਾ, ਉਸ ਨੂੰ ਅਡੋਲ ਬਣਾ ਕੇ ਚੱਲਦੇ ਨੇ। ਕਿਉਂਕਿ ਜਦੋਂ ਕਿਸੇ ਦੂਸਰੇ ਤੋਂ ਅਸੀਂ ਆਸ ਰੱਖਾਂਗੇ ਤਾਂ ਉਹ ਸਾਡੀ ਆਸ ਉੱਪਰ ਖਰਾ ਨਾ ਉਤਰੇ ਫਿਰ ਤੇ ਦੁੱਖ ਹੈ ਨਾ। ਪਰ ਦੁੱਖ ਤੋਂ ਤੇ ਉੱਪਰ ਉੱਠਣਾ। ਇਸ ਲਈ ਦੂਸਰੇ ਤੋਂ ਆਸ ਨਹੀਂ। ਦੂਸਰੇ ਤੋਂ ਆਸ ਨਹੀਂ ਰੱਖਣੀ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਦੂਸਰਿਆਂ ਪ੍ਰਤੀ ਗੈਰ ਜ਼ਿੰਮੇਵਾਰ ਹੋ ਜਾਈਏ। ਨਹੀਂ, ਆਪਣੀ ਜ਼ਿੰਮੇਵਾਰੀ ਨਿਭਾਉਣੀ ਆ, ਪਰ ਉਮੀਦ ਨਹੀਂ ਰੱਖਣੀ। ਜ਼ਿੰਮੇਵਾਰੀ ਇਸ ਰੂਪ 'ਚ ਨਿਭਾਓ। ਤੇ ਫਿਰ ਤੁਹਾਨੂੰ ਉਸ ਵੇਲੇ ਜਦੋਂ ਉਮੀਦ ਨਾ ਹੋਵੇ, ਜੇ ਪ੍ਰਾਪਤੀ ਹੋ ਜਾਏ ਤਾਂ ਬੜੀ ਵਧੀਆ ਗੱਲ ਹੁੰਦੀ, ਉਹ ਸਕੂਨ ਦਿੰਦੀ ਹੈ, ਟਿਕਾ ਦਿੰਦੀ ਹੈ। ਨਾ ਵੀ ਹੋਵੇ ਤੁਸੀਂ ਟਿਕੇ ਹੋਏ ਤੇ ਹੈਗੇ ਆ, ਕਿਉਂਕਿ ਤੁਸੀਂ ਕਿਹੜਾ ਕੋਈ ਉਮੀਦ ਲੈ ਕੇ ਚੱਲੇ ਸੀ। ਸੋ ਅਗਲੀ ਗੱਲ ਦੱਸਦੇ ਆ ਜੀ, ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਇੱਦਾਂ ਹੀ ਜਿਸ ਨੂੰ ਕਾਮ ਤੇ ਕ੍ਰੋਧ ਨਹੀਂ ਪਰਸਦੇ, ਜੋ ਟੀਚੇ ਵੱਲ ਵਧਿਆ ਹੋਇਆ, ਫਿਰ ਕਾਮ ਤੇ ਕ੍ਰੋਧ ਵੀ ਉਸ ਦੇ ਰਸਤੇ ਦਾ ਰੁਕਾਵਟ ਨਹੀਂ ਬਣ ਪਾਉਂਦੇ। ਤੇ ਇਹ ਘਟ ਬ੍ਰਹਮ ਨਿਵਾਸਾ, ਉਸ ਦੇ ਮਨ ਹਿਰਦੇ ਅੰਦਰ ਬ੍ਰਹਮ ਦਾ ਨਿਵਾਸ ਹੋ ਜਾਂਦਾ। ਮੰਨ ਲਓ ਉਹ ਰੱਬ ਦਾ ਰੂਪ ਹੋ ਗਿਆ। ਜਿਹੜੀ ਆਪਾਂ ਸਾਰੀ ਹੁਣ ਡਿਸਕਸ਼ਨ ਕਰਕੇ ਆਏ ਆ ਨਾ, ਇਹਨੂੰ ਸਮਝਣ ਵਾਲਾ। ਗੁਰ ਕਿਰਪਾ ਜਿਹ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਕਹਿੰਦੇ ਗੁਰੂ ਨੇ ਜਿਸ ਮਨੁੱਖ ਤੇ ਕਿਰਪਾ ਕੀਤੀ, ਉਸੇ ਨੇ ਜੀਵਨ ਦੀ ਇਸ ਜੁਗਤੀ ਨੂੰ ਪਛਾਣਿਆ ਹੈ। ਹੁਣ ਗੁਰੂ ਕਿਰਪਾ ਕਿਹਦੇ ਤੇ ਕਰਦਾ ਜੀ? ਗੁਰੂ ਕੀ ਹੈ? ਗਿਆਨ ਸਰੂਪ। ਗੁਰੂ ਕੀ ਹੈ? ਬਾਣੀ ਸਰੂਪ। ਤੇ ਬਾਣੀ ਸਰੂਪ ਗੁਰੂ ਦੀ ਕਿਰਪਾ ਕਿਹਦੇ ਤੇ ਹੁੰਦੀ? ਜੋ ਬਾਣੀ ਨੂੰ ਆਪਣੇ ਮਨ ਵਿੱਚ, ਆਪਣੇ ਜੀਵਨ ਵਿੱਚ, ਆਪਣੇ ਕਰਮਾਂ ਵਿੱਚ ਵਸਾਉਂਦਾ ਆ। ਜੋ ਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਗੁਰਬਾਣੀ ਦੇ ਆਸ਼ੇ ਅਨੁਸਾਰ ਢਾਲ ਲੈਂਦਾ ਆ। ਤੇ ਇਹ ਜੁਗਤ ਪਛਾਨੀ, ਉਹੀ ਇਸ ਜੁਗਤੀ ਨੂੰ ਪਛਾਣ ਸਕਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਫਿਰ ਭਾਈ ਇਹੋ ਜਿਹਾ ਇਨਸਾਨ ਰੱਬ ਵਿੱਚ ਮਾਨੋ ਇਉਂ ਅਭੇਦ ਹੋ ਜਾਂਦਾ ਹੈ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ। ਰੱਬ 'ਚ ਅਭੇਦ ਹੋਣ ਤੋਂ ਭਾਵ ਉਸ ਦਾ ਮਨ ਇੰਨਾ ਜ਼ਿਆਦਾ ਸ਼ੁੱਧ ਹੋ ਜਾਂਦਾ ਆ ਬਈ ਉਸ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਇੱਕ ਰੂਪ ਹੋ ਜਾਂਦੇ ਨੇ। ਸੋ ਇੱਦਾਂ ਗੁਰੂ ਸਾਹਿਬ ਨੇ ਇਹਨਾਂ ਦੋਵੇਂ ਸ਼ਬਦਾਂ ਵਿੱਚੋਂ ਸਾਨੂੰ ਸਮਝਾਇਆ ਹੈ। ਦੋ ਸ਼ਬਦਾਂ ਦੀ ਵਿਚਾਰ ਕੀਤੀ। ਪਹਿਲੇ ਵਿੱਚੋਂ ਦੱਸਿਆ ਹੈ ਬਈ ਕਹਾਂ ਭਇਓ ਜੋ ਮੂੰਡ ਮੁੰਡਾਇਓ, ਭਗਵੋਂ ਕੀਨੋ ਪੇਸ਼। ਜੇਕਰ ਅਸੀਂ ਗੁਰੂ ਦਾ ਉਪਦੇਸ਼ ਨਹੀਂ ਮੰਨਿਆ ਤਾਂ ਬਾਹਰਲੇ ਪਹਿਰਾਵੇ ਸਾਡੇ ਕਿਸੇ ਅਰਥ ਨਹੀਂ ਹਨ। ਅਸੀਂ ਗੁਰੂ ਦੇ ਉਪਦੇਸ਼, ਗੁਰੂ ਦੀ ਸਮਝ ਨੂੰ ਆਪਣੇ ਅੰਦਰ ਵਸਾਉਣਾ ਹੈ। ਤੇ ਦੂਜੇ ਸ਼ਬਦ ਦਾ ਤੱਤ ਭਾਵ ਵੀ ਇਹੀ ਹੈ, ਗੁਰ ਕਿਰਪਾ ਜਿਹੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ। ਜਿਸ ਨੇ ਗੁਰੂ ਦੀ ਕਿਰਪਾ ਨੂੰ ਆਪਣੇ ਅੰਦਰ ਟਿਕਾ ਲਿਆ, ਗੁਰੂ ਤੋਂ ਬਖਸ਼ਿਸ਼ ਲੈ ਕੇ ਗੁਰੂ ਦੇ ਹੁਕਮ ਨੂੰ ਆਪਣੇ ਅੰਦਰ ਟਿਕਾ ਲਿਆ, ਭਾਈ ਉਹੀ ਅਸਲੋਂ ਗੁਰੂ ਦੇ ਦਰ ਉੱਪਰ ਸਫਲ ਹੋਇਆ ਕਰਦਾ ਹੁੰਦਾ ਹੈ। ਯਤਨ ਕਰੀਏ ਇੱਦਾਂ ਹੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਨੂੰ ਸਮਝੀਏ
ਜੋ ਉਪਦੇਸ਼ ਆਪਾਂ ਨੂੰ ਮਿਲਦਾ ਹੈ, ਜੋ ਸਿੱਖਿਆ ਪ੍ਰਾਪਤ ਹੁੰਦੀ ਹੈ, ਉਸ ਨੂੰ ਆਪਾਂ ਆਪਣੇ ਜੀਵਨ ਕਰਮਾਂ ਦਾ ਹਿੱਸਾ ਬਣਾਈਏ, ਗੁਰੂ ਦਰਸਾਏ ਮਾਰਗ ਉੱਪਰ ਆਪਾਂ ਚੱਲੀਏ। ਸੋ ਇਸ ਹਿੱਸੇ ਵਿੱਚ ਆਪਾਂ ਇੱਥੇ ਤੱਕ ਵਿਚਾਰ ਨੂੰ ਸੰਕੋਚਦੇ ਹਾਂ। ਅਗਲੇ ਹਿੱਸੇ ਵਿੱਚ ਆਪਾਂ ਵਿਚਾਰ ਅੱਗੇ ਸਾਂਝੀ ਕਰਾਂਗੇ। ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਦੇ ਉੱਪਰ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।